I am Nirmal Singh, ਲੈਕਚਰਰ ਕੈਮਿਸਟਰੀ। ਪਿਆਰੇ ਵਿਦਿਆਰਥੀਓ, ਪਹਿਲੇ ਸਮੈਸਟਰ ਦੇ ਵਿੱਚ ਆਪਾਂ ਅਪਲਾਈਡ ਕੈਮਿਸਟਰੀ 1 ਪੜ੍ਹਾਂਗੇ। ਅਪਲਾਈਡ ਕੈਮਿਸਟਰੀ 1 ਦਾ ਜੋ ਸਿਲੇਬਸ ਹੈ, ਬੇਸਿਕ ਕੰਸੈਪਟ ਆਫ ਕੈਮਿਸਟਰੀ, एटॉमिक स्ट्रक्चर, पीरियोडिक टेबल, सॉल्यूशंस, वाटर, इलैक्ट्रोकैमिस्ट्री, ऑर्गेनिक कैमिस्ट्री, इस तो इलावा प्रैक्टिकल भी करांगे। बेसिक कंसैप्ट्स ऑफ केमिस्ट्री। केमिस्ट्री ब्रांच ऑफ साइंस which deals with the study of composition, structure and properties of matter and change of matter under different conditions। मतलब केमिस्ट्री एक ब्रांच है साइंस की ਜਿਹੜੀ कि किसी भी सबसटांस की ਜਾਂ ਮੈਟਰ ਦੀ ਕੰਪੋਜੀਸ਼ਨ, ਸਟਰਕਚਰ ਅਤੇ ਉਸ ਦੀਆਂ ਗੁਣਾਂ ਬਾਰੇ ਗੱਲ ਕਰਦੀ ਹੈ। ਮੈਟਰ ਐਨੀਥਿੰਗ that has mass and occupies space are called matter। मतलब ਕੋਈ ਵੀ ਚੀਜ਼ ਜਿਸ ਦਾ ਮਾਸ ਹੁੰਦਾ ਹੈ ਅਤੇ ਜਗ੍ਹਾ ਘੇਰਦੀ ਹੈ ਉਸ ਨੂੰ ਆਪਾਂ ਮੈਟਰ ਆਖਦੇ ਹਾਂ। ਐਗਜ਼ਾਮਪਲਸ ਗੋਲਡ, ਸੋਡੀਅਮ ਕਲੋਰਾਈਡ, ਮਿਲਕ। ਇਸ ਤੋਂ ਇਲਾਵਾ ਜੇ ਅਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੀਏ, ਕੋਈ ਵੀ ਵਸਤੂ ਜਾਂ ਪਦਾਰਥ ਜੋ ਜਗ੍ਹਾ ਘੇਰਦਾ ਹੈ ਅਤੇ ਉਸ ਦਾ ਭਾਰ ਹੈ, ਉਸ ਨੂੰ ਆਪਾਂ ਮੈਟਰ ਆਖਦੇ ਹਾਂ। ਹੁਣ ਆਪਾਂ ਮੈਟਰ ਦੀ ਕਲਾਸੀਫਿਕੇਸ਼ਨ ਬਾਰੇ ਗੱਲ ਕਰਾਂਗੇ। ਮੈਟਰ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਫਿਜ਼ੀਕਲ ਕਲਾਸੀਫਿਕੇਸ਼ਨ ਅਤੇ ਕੈਮੀਕਲ ਕਲਾਸੀਫਿਕੇਸ਼ਨ। ਸਭ ਤੋਂ ਪਹਿਲਾਂ ਆਪਾਂ ਫਿਜ਼ੀਕਲ ਕਲਾਸੀਫਿਕੇਸ਼ਨ ਬਾਰੇ ਪੜ੍ਹਾਂਗੇ। ਫਿਜ਼ੀਕਲ ਕਲਾਸੀਫਿਕੇਸ਼ਨ is based on state of aggregation of constituent particles। मतलब फिजिकल क्लासीफिकेशन मैटर ਦੀ ਜਿਹੜੀ ਕੀਤੀ ਜਾਂਦੀ ਹੈ ਉਹ ਉਹਦੇ ਕੌਨਸਟੀਟਿਊਐਂਟ ਪਾਰਟੀਕਲ ਦੇ ਐਗਰੀਗੇਸ਼ਨ ਦੇ ਬੇਸ 'ਤੇ ਕੀਤੀ ਜਾਂਦੀ ਹੈ। ਮਤਲਬ ਕਿਸੇ ਵੀ ਮੈਟਰ ਦੇ ਵਿੱਚ ਜੋ ਪਾਰਟੀਕਲ ਹਨ ਉਹ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਜੁੜੇ ਹੋਏ ਹਨ। ਫਿਜ਼ੀਕਲ ਕਲਾਸੀਫਿਕੇਸ਼ਨ ਦੇ ਆਧਾਰ 'ਤੇ ਮੈਟਰ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਸੋਲਿਡਸ, ਲਿਕੁਇਡਸ ਅਤੇ ਗੈਸ। ਮਤਲਬ ਠੋਸ, ਤਰਲ ਅਤੇ ਗੈਸ। ਠੋਸ मतलब solids have definite volume and definite shape। मतलब ਜੋ ਠੋਸ ਹੁੰਦੇ ਹਨ ਉਹਨਾਂ ਦਾ ਆਇਤਨ ਅਤੇ ਆਕਾਰ ਨਿਸ਼ਚਿਤ ਹੁੰਦਾ ਹੈ। ਮਤਲਬ ਉਹਨਾਂ ਦੇ ਆਇਤਨ ਅਤੇ ਸ਼ੇਪ ਨੂੰ ਕਿਸੇ ਵੀ ਐਕਸਟਰਨਲ ਫੋਰਸ ਦੇ ਨਾਲ ਚੇਂਜ ਨਹੀਂ ਕੀਤਾ ਜਾ ਸਕਦਾ। ਐਗਜ਼ਾਮਪਲਸ ਸ਼ੂਗਰ, ਆਇਰਨ, ਗੋਲਡ, ਵੁੱਡ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਬ੍ਰਿਕ, ਇੱਟ, ਸਟੋਨ, ਮੈਟਲਸ, ਇਹ ਵੀ ਸੋਲਿਡਸ ਦੀਆਂ ਉਦਾਹਰਨਾਂ ਹਨ। liquids have definite volume but not definite shape। ਇਸ ਦਾ ਮਤਲਬ ਹੈ ਜੋ ਲਿਕੁਇਡ ਹੁੰਦੇ ਹਨ
ਉਹਨਾਂ ਦਾ ਆਇਤਨ ਨਿਸ਼ਚਿਤ ਹੁੰਦਾ ਹੈ ਪਰ ਆਕਾਰ ਨਿਸ਼ਚਿਤ ਨਹੀਂ ਹੁੰਦਾ, ਕਿਉਂਕਿ ਲਿਕੁਇਡ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਭਰਿਆ ਜਾਂਦਾ ਹੈ ਉਹ ਉਸ ਦਾ ਆਕਾਰ ਗ੍ਰਹਿਣ ਕਰ ਲੈਂਦੇ ਹਨ, ਪਰ ਇਹਨਾਂ ਦਾ ਜੋ ਵੋਲੀਅਮ ਹੈ ਮਤਲਬ ਆਇਤਨ ਹੈ ਉਹ ਕੀ ਹੈ, ਚੇਂਜ ਨਹੀਂ ਹੁੰਦਾ। ਐਗਜ਼ਾਮਪਲਸ ਵਾਟਰ, ਮਿਲਕ, ਆਇਲਸ, ਕੋਲਡ ਡਰਿੰਕ, ਇਸ ਤੋਂ ਇਲਾਵਾ ਲਿਕੁਇਡਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ। ਲਿਕੁਇਡ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਫਿਲ ਕੀਤਾ ਜਾਂਦਾ ਹੈ ਇਹ ਉਸੇ ਦੀ ਸ਼ੇਪ ਗ੍ਰਹਿਣ ਕਰ ਲੈਂਦੇ ਹਨ, ਪਰ ਜਿਹੜਾ ਇਹਨਾਂ ਦਾ ਆਇਤਨ ਹੈ ਉਹ ਆਕਾਰ ਚੇਂਜ ਹੋਣ ਦੇ ਨਾਲ ਚੇਂਜ ਨਹੀਂ ਹੁੰਦਾ। ਗੈਸਿਸ ਨਾਈਦਰ ਡੈਫੀਨਿਟ ਵੋਲੀਅਮ ਨੋਰ ਡੈਫੀਨਿਟ ਸ਼ੇਪ, ਮਤਲਬ ਗੈਸਾਂ ਦਾ ਨਾ ਹੀ ਤਾਂ ਵੋਲੀਅਮ ਨਿਸ਼ਚਿਤ ਹੁੰਦਾ ਹੈ ਅਤੇ ਨਾ ਹੀ ਆਕਾਰ। ਗੈਸਾਂ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਪਾਇਆ ਜਾਂਦਾ ਹੈ ਉਸ ਦਾ ਆਕਾਰ ਅਤੇ ਉਸ ਦਾ ਵੋਲੀਅਮ ਧਾਰਨ ਕਰ ਲੈਂਦੇ ਹਨ। ਇੱਕ ਉਦਾਹਰਨ ਦੇ ਤੌਰ 'ਤੇ ਅਸੀਂ ਦੇਖੀਏ, ਜੇ ਅਸੀਂ ਕਿਸੇ ਵੀ ਗੈਸ ਨੂੰ ਇੱਕ ਛੋਟੇ ਕੰਟੇਨਰ ਦੇ ਵਿੱਚ ਬੰਦ ਕਰ ਲਈਏ ਤਾਂ ਉਸ ਦਾ ਆਕਾਰ ਉਸ ਦੇ ਵਰਗਾ ਹੋ ਜਾਏਗਾ, ਕੰਟੇਨਰ ਦੇ ਵਰਗਾ ਹੋ ਜਾਏਗਾ ਅਤੇ ਉਸ ਦਾ ਵੋਲੀਅਮ ਵੀ ਕੰਟੇਨਰ ਦੇ ਵੋਲੀਅਮ ਦੇ ਬਰਾਬਰ ਹੋਏਗਾ। ਪਰੰਤੂ ਜੇ ਉਸੇ ਕੰਟੇਨਰ ਨੂੰ ਅਸੀਂ ਕਿਸੇ ਰੂਮ ਦੇ ਵਿੱਚ ਖੋਲ੍ਹ ਦਿੱਤਾ ਜਾਵੇ ਤਾਂ ਉਹ ਗੈਸ ਉਸ ਰੂਮ ਦਾ ਆਕਾਰ ਗ੍ਰਹਿਣ ਕਰ ਲਏਗੀ ਅਤੇ ਉਸ ਗੈਸ ਦਾ ਜਿਹੜਾ ਵੋਲੀਅਮ ਹੋਏਗਾ ਉਹ ਹੁਣ ਰੂਮ ਦੇ ਵੋਲੀਅਮ ਦੇ ਬਰਾਬਰ ਹੋਵੇਗਾ। ਮਤਲਬ ਗੈਸਾਂ ਦਾ ਨਾ ਹੀ ਆਕਾਰ ਨਿਸ਼ਚਿਤ ਹੁੰਦਾ ਹੈ ਅਤੇ ਨਾ ਹੀ ਵੋਲੀਅਮ, ਕਿਉਂਕਿ ਇਸ ਨੂੰ ਜਿਸ ਵੀ ਕੰਟੇਨਰ ਦੇ ਵਿੱਚ ਭਰਿਆ ਜਾਂਦਾ ਹੈ ਇਹ ਉਸ ਦਾ ਆਕਾਰ ਵੀ ਗ੍ਰਹਿਣ ਕਰ ਲੈਂਦੀਆਂ ਹਨ ਅਤੇ ਇਸ ਦਾ ਵੋਲੀਅਮ ਉਸੇ ਕੰਟੇਨਰ ਦੇ ਵੋਲੀਅਮ ਦੇ ਬਰਾਬਰ ਹੋ ਜਾਂਦਾ ਹੈ। सॉलिड, लिक्विड, गैस। तो सॉलिड, लिक्विड ਅਤੇ गैस ਇਹ ਕਿਸੇ ਵੀ ਸਬਸਟੈਂਸ ਦੀ ਫਿਜ਼ੀਕਲ ਸਟੇਟ ਹੈ। ਟੈਂਪਰੇਚਰ ਮਤਲਬ ਕਿ ਤਾਪਮਾਨ ਬਦਲਣ 'ਤੇ ਜਾਂ ਉਸ ਦੀ ਕੰਡੀਸ਼ਨ ਚੇਂਜ ਕਰਨ 'ਤੇ ਕਿਸੇ ਵੀ ਸਬਸਟੈਂਸ ਦੀ ਫਿਜ਼ੀਕਲ ਸਟੇਟ ਨੂੰ ਬਦਲਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ 'ਤੇ ਵਾਟਰ ਆਪਾਂ ਨੂੰ ਤਿੰਨਾਂ ਰੂਪ ਦੇ ਵਿੱਚ ਮਿਲਦਾ ਹੈ। ਵਾਟਰ ਸੋਲਿਡ ਦੇ ਰੂਪ ਵਿੱਚ ਵੀ ਮਿਲਦਾ ਹੈ, ਲਿਕੁਇਡਸ ਦੇ ਰੂਪ ਵਿੱਚ ਵੀ ਮਿਲਦਾ ਹੈ ਅਤੇ ਗੈਸਿਕ ਦੇ ਰੂਪ ਵਿੱਚ ਵੀ ਮਿਲਦਾ ਹੈ। ਜੇਕਰ ਅਸੀਂ ਪਾਣੀ ਦਾ ਤਾਪਮਾਨ 0 ਡਿਗਰੀ ਸੈਲਸੀਅਸ ਕਰ ਦਿੱਤਾ ਜਾਵੇ ਤਾਂ ਜੋ ਵਾਟਰ ਹੈ ਉਹ ਆਪਾਂ ਨੂੰ ਸੋਲਿਡ ਦੀ ਸਟੇਟ ਵਿੱਚ ਮਿਲੇਗਾ। ਜੇਕਰ ਪਾਣੀ ਦਾ ਤਾਪਮਾਨ 0 ਤੋਂ ਵਧਾ ਦਿੱਤਾ ਜਾਵੇ ਤਾਂ ਜੋ ਵਾਟਰ ਹੈ ਉਹ ਆਪਣੀ ਫਿਜ਼ੀਕਲੀ ਸਟੇਟ ਚੇਂਜ ਕਰ ਲੈਂਦਾ ਹੈ, ਉਹ ਸੋਲਿਡ ਤੋਂ ਲਿਕੁਇਡ ਦੇ ਵਿੱਚ ਬਦਲ ਜਾਂਦਾ ਹੈ। ਹੁਣ ਜੇ ਲਿਕੁਇਡ ਵਾਟਰ ਦਾ ਤਾਪਮਾਨ 100 ਡਿਗਰੀ ਤੱਕ ਕਰ ਦਿੱਤਾ ਜਾਵੇ ਤਾਂ ਉਹ ਵਾਟਰ
अपनी फिजिकल स्टेट बदल लैंदा है, वो लिक्विड स्टेट दे विच तों गैसियस स्टेट दे विच बदल जाता है। मतलब तापमान चेंज करने दे नाल पानी नूं तिन्नां स्टेटां दे विच बदलिया जा सकता है। जे पानी का तापमान 0 डिग्री है तो सॉलिड स्टेट हुंदी है। जे पानी का तापमान 0 तो ज़्यादा 100 तो घट होवे तो वो लिक्विड स्टेट दे विच पाया जाता है। अते जे पानी का तापमान 100 डिग्री या इस तो ज़्यादा होवे तो वो आपां नूं पानी भाप विच बदल जाता है। मतलब आपां नूं गैसियस स्टेट दे विच पाया जाता है। कैमिकल क्लासिफिकेशन ऑफ मैटर। Chemical classification on the basis of chemical composition। मतलब मैटर नूं कैमिकली क्लासीफाई जो किया जाता है वो मैटर की कंपोजिशन मतलब रचना के आधार पर किया जाता है। कैमिकली मैटर नूं दो हिस्सों के विच वंडिया गया है, एक प्योर सबसटेंस, दूसरा मिक्सचर। प्योर सबसटेंस किसी भी मैटर नूं प्योर सबसटेंस उदों आख्या जाता है जदों कि वो एक ही तरह के पार्टिकल तो मिल के बनया होवे। दो सबसटेंस contains only one type of particles, these are called pure substance। प्योर सबसटेंस नूं अगे फिर दो भागां विच वंडिया गया है, एलीमेंट्स, कंपाउंड। एलिमेंट्स एलिमेंट is a simple form of pure substance which neither be created nor be destroyed by simple physical or chemical methods। मतलब एलिमेंट प्योर सबसटेंस की सब तो ਸਿੰਪਲੈਸਟ फॉर्म है ਜਿਹੜੀ कि ना तो सिंपल तरीके नाल बनाई जा सकती अते ना ही इसनूं सिंपल तरीके दे नाल तोड़िया जा सकता। उदाहरण के तौर पे हाइड्रोजन, ऑक्सीजन, नाइट्रोजन, एलूमीनियम। हुण तक लगभग कुल 118 एलीमेंट्स हैं। एलीमेंट्स नूं तीन भागां दे विच वंडिया गया। मैटल्स मेटल्स मतलब अताता। मेटल्स आर ब्राइट लस्टर्स गुड कंडक्टर्स ऑफ हीट एंड इलेक्ट्रिसिटी, मालेबल एंड डक्टाइल। मतलब जो धातां हन चमकदार ताप अते बिजली दियां चालक, कुट्टणयोग अते खिੱਚਣਯੋਗ ਹੁੰਦੀਆਂ। उदाहरण के तौर पे गोल्ड,
ਕਾਪਰ, ਐਲੂਮੀਨੀਅਮ, ਆਇਰਨ, ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਮੈਟਲਸ ਹੁੰਦੀਆਂ। ਤੁਹਾਡੇ ਸਾਹਮਣੇ ਇੱਕ ਪਿਕਚਰ ਦਿਖਾਈ ਗਈ ਹੈ, ਉਸ ਦੇ ਵਿੱਚ ਦੇਖੋ ਸਭ ਤੋਂ ਪਹਿਲੇ ਗੋਲਡ ਹੈ, ਦੂਸਰੀ ਕਾਪਰ ਹੈ ਅਤੇ ਐਲੂਮੀਨੀਅਮ ਫੋਇਲ। ਨੌਨ ਮੈਟਲਸ, ਨੌਨ ਮੈਟਲ ਹੈ ਜੋ ਉਹ ਮੈਟਲ ਦੇ ਬਿਲਕੁਲ ਓਪੋजिट ਹੁੰਦੀਆਂ ਨੇ। ਨੌਨ ਮੈਟਲ ਡਜ਼ ਨੋਟ possess luster, poor conductor of heat and electricity, neither malleable nor ductile। मतलब ਤਾਂ ਬਿਜਲੀ ਅਤੇ ਤਾਪ ਦੀਆਂ ਬਹੁਤ ਵਧੀਆ ਚਾਲਕ ਨਹੀਂ ਹੁੰਦੀਆਂ, ਨਾ ਹੀ ਇਹਨਾਂ ਨੂੰ ਕੁੱਟਿਆ ਜਾ ਸਕਦਾ ਅਤੇ ਨਾ ਹੀ ਇਹਨਾਂ ਨੂੰ ਖਿੱਚਿਆ ਜਾ ਸਕਦਾ। ਉਦਾਹਰਨ ਦੇ ਤੌਰ 'ਤੇ ਕਾਰਬਨ, ਆਕਸੀਜਨ, ਬ੍ਰੋਮੀਨ, ਫਲੋਰੀਨ, ਨਾਈਟ੍ਰੋਜਨ। ਮੈਟਲਸ which have properties of both metals and non-metals। मतलब ਉਹ ਐਲੀਮੈਂਟ ਜਿਨ੍ਹਾਂ ਦੀਆਂ ਪ੍ਰੋਪਰਟੀਜ਼ ਨਾ ਤਾਂ ਮੈਟਲ, ਕੁਝ ਪ੍ਰੋਪਰਟੀ ਮੈਟਲਸ ਨਾਲ ਅਤੇ ਕੁਝ ਪ੍ਰੋਪਰਟੀਜ਼ ਨੌਨ ਮੈਟਲ ਦੇ ਨਾਲ ਮੈਚ ਕਰਦੀਆਂ ਹੋਣ, ਉਹਨਾਂ ਨੂੰ ਆਪਾਂ ਮੈਟਲੋਇਡਸ ਬੋਲਦੇ ਹਾਂ। ਉਦਾਹਰਨ ਦੇ ਤੌਰ 'ਤੇ ਆਰਸੈਨਿਕ, ਬਿਸਮਥ, ਐਂਟੀਮਨੀ। ਨੈਕਸਟ ਹੈ ਕੰਪਾਊਂਡ। A pure substance containing two or more elements combined together in fixed ratio by weight are called compound। मतलब कोई भी प्योर सब्सटेंस जो कि दो ਜਾਂ ਦੋ ਤੋਂ ਵੱਧ प्योर सब्सटेंस कंबाइन करके कंपाउंड दो ਜਾਂ ਦੋ ਤੋਂ ਵੱਧ एलिमेंट कंबाइन करते हैं बाय फिक्स रेशो बाय मास आर कॉल्ड कंपाउंड। उदाहरण के तौर पे CO2 कार्बन डाइऑक्साइड, कार्बन एटॉमिक मास 12, ऑक्सीजन एटॉमिक मास 16। जेकर आपां कार्बन ਅਤੇ ਆਕਸੀਜਨ ਦੇ ਮਾਸ ਦੀ ਰੇਸ਼ੋ ਲਈਏ, ਕਾਰਬਨ ਦਾ ਮਾਸ 12, ਆਕਸੀਜਨ ਦਾ ਮਾਸ 2 ਐਟਮਸ ਦਾ 32, 12:32 मतलब 3:8। जे 3 ਗ੍ਰਾਮ ਕਾਰਬਨ ਤੇ 8 ਆਕਸੀਜਨ ਕੰਬਾਈਨ ਕਰਦੇ ਹਨ ਤਾਂ ਹਮੇਸ਼ਾ ਹੀ ਕਾਰਬਨ ਡਾਈਆਕਸਾਈਡ ਕੰਪਾਊਂਡ ਬਣਦਾ। ਕਾਰਬਨ ਡਾਈਆਕਸਾਈਡ ਕਿਸੇ ਵੀ ਸੋਰਸ ਤੋਂ ਮਿਲੇ, ਉਸ ਦੇ ਵਿੱਚ कार्बन टू ऑक्सीजन रेशो बाय मास
हमेशा ही 3:8 होगी। इट डजन मैटर भी ऑक्सीजन इट डजन मैटर भी कार्बन डाइऑक्साइड किस सोर्स तो मिलती है। कंपाउंड नूं दो पार्ट दे विच डिवाइड किया गया है, ऑर्गेनिक कंपाउंड ते इनऑर्गेनिक कंपाउंड। ऑर्गेनिक कंपाउंड्स, द कंपाउंड्स which are obtained from animals and plants are called organic compounds। ਉਹ ਕੰਪਾਊਂਡ ਜਿਹੜੇ ਕਿ ਜਾਨਵਰਾਂ ਅਤੇ ਪੌਦਿਆਂ ਤੋਂ ਮਿਲਦੇ ਹਨ, ਉਹਨਾਂ ਕੰਪਾਊਂਡਸ ਨੂੰ ਆਪਾਂ ਆਰਗੈਨਿਕ ਕੰਪਾਊਂਡ ਆਖਦੇ ਹਾਂ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿਹੜੇ ਵੀ ਕੰਪਾਊਂਡ ਆਪਾਂ ਨੂੰ ਲਿਵਿੰਗ ਸੋਰਸ ਤੋਂ ਮਿਲਦੇ ਹਨ, ਉਹਨਾਂ ਨੂੰ ਆਪਾਂ ਆਰਗੈਨਿਕ ਕੰਪਾਊਂਡ ਆਖਦੇ ਹਾਂ। ਫਾਰ ਐਗਜ਼ਾਮਪਲ ਆਇਲਸ, ਫੈਟ, ਪ੍ਰੋਟੀਨ, ਕਾਰਬੋਹਾਈਡਰੇਟਸ ਆਦਿ। ਇਨਆਰਗੈਨਿਕ ਕੰਪਾਊਂਡਸ, the compounds which are obtained from minerals and rocks are called inorganic compounds। ਜਾਂ ਫਿਰ ਆਪਾਂ ਆਖ ਸਕਦੇ ਹਾਂ ਉਹ ਕੰਪਾਊਂਡ ਜੋ ਕਿ ਨੌਨ ਲਿਵਿੰਗ ਸੋਰਸ ਤੋਂ ਮਿਲਦੇ ਹਨ, ਉਹਨਾਂ ਨੂੰ ਆਪਾਂ ਇਨਆਰਗੈਨਿਕ ਕੰਪਾਊਂਡ ਆਖਦੇ ਹਾਂ। ਉਦਾਹਰਨ ਦੇ ਤੌਰ 'ਤੇ ਕਾਮਨ ਸਾਲਟ, NaCl मतलब नमक, मार्बल आदि। अगे है मिक्सचर। मिक्सचर भी एक प्योर सबसटेंस है, पर कंपाउंड तो थोड़ा जा अलग है। ਆਪਾਂ ਮਿਕਸਚਰ ਦੀ ਡੈਫੀਨੇਸ਼ਨ ਕਰਦੇ ਹਾਂ। ਏ ਪਿਓਰ ਸਬਸਟੈਂਸ ਕੰਟੇਨਿੰਗ 2 or more elements combined together in any ratio by weight are called mixtures। ਦੋ ਜਾਂ ਦੋ ਤੋਂ ਵੱਧ ਐਲੀਮੈਂਟ ਕੰਬਾਈਨ ਕਰਦੇ ਨੇ ਇਨ ਐਨੀ ਰੇਸ਼ੋ ਬਾਏ ਵੇਟ ਆਰ ਕਾਲਡ ਮਿਕਸਚਰ। ਕੰਪਾਊਂਡ ਦੇ ਵਿੱਚ ਕੀ ਸੀ, ਕੰਬਾਈਨ ਉੱਥੇ ਵੀ ਕਰਦੇ ਸੀ, ਬਟ ਉੱਥੇ ਕੀ ਸੀ, ਜਿਹੜੀ ਉਹਨਾਂ ਦੇ ਮਾਸ ਦੀ ਰੇਸ਼ੋ ਸੀ ਉਹ ਕੀ ਸੀ, ਫਿਕਸ ਸੀ। ਬਟ ਇਨ ਕੇਸ ਆਫ ਮਿਕਸਚਰ ਉਹਨਾਂ ਦੀ ਜਿਹੜੀ ਰੇਸ਼ੋ ਹੈ ਉਹ ਕੀ ਹੈ, ਵੇਰੀ ਕਰਦੀ ਹੈ। ਇੱਕ ਡਿਫਰੈਂਸ ਹੋਰ ਹੈ, ਕੰਪਾਊਂਡ ਦੇ ਵਿੱਚ ਜੋ ਕੰਬਾਈਨ ਹੋਣਗੇ ਉਹ ਕੈਮੀਕਲੀ ਕੰਬਾਈਨ ਹੋਣਗੇ। ਮਿਕਸਰ ਦੇ ਵਿੱਚ ਕੰਬਾਈਨ ਹੁੰਦੇ ਤਾਂ ਹੈ, ਬਟ ਐਕਚੁਅਲੀ ਉੱਥੇ ਕੀ ਹੁੰਦਾ ਹੈ, ਕੋਈ ਕੈਮੀਕਲ ਚੇਂਜ ਨਹੀਂ ਹੁੰਦੇ, ਉੱਥੇ ਇਕੱਲੇ ਮਿਕਸ ਹੁੰਦੇ ਆ, ਕੋਈ ਬੌਂਡ ਬ੍ਰੇਕੇਜ ਜਾਂ ਫੋਰਮੇਸ਼ਨ ਨਹੀਂ ਹੋਊਗੀ। ਬਟ ਇਨ ਕੇਸ ਆਫ ਕੰਪਾਊਂਡਸ ਬੌਂਡ ਫੋਰਮੇਸ਼ਨ ਐਂਡ ਬੌਂਡ ਬ੍ਰੇਕੇਜ ਦੋਨੋਂ ਹੋਣਗੇ। ਮਿਕਸਚਰ ਦੀ ਐਗਜ਼ਾਮਪਲ ਕਰੀਏ, ਏਅਰ, ਮਿਲਕ। ਇਸ ਤੋਂ ਇਲਾਵਾ ਬਹੁਤ ਸਾਰੀਆਂ ਐਗਜ਼ਾਮਪਲ ਹੈ, ਤੁਹਾਨੂੰ ਹੋਰ ਵੀ ਐਗਜ਼ਾਮਪਲ ਦਿੰਦੇ ਹਾਂ। ਵਾਟਰ ਦੇ ਵਿੱਚ ਸ਼ੂਗਰ ਡਿਜ਼ੋਲਵ ਕਰ, ਸ਼ੂਗਰ ਦੀ ਕੁਆਂਟਿਟੀ ਚਾਹੀਦੀ ਥੋੜੀ ਹੋਵੇ, ਚਾਹੀਦੀ ਜ਼ਿਆਦਾ ਹੋਵੇ, ਬਸ ਡਿਜ਼ੋਲਵ ਕਰਨਾ ਹੈ। ਐਂਡ ਰਿਜ਼ਲਟ ਜੋ ਆਏਗਾ ਉਹ ਕੀ ਹੋਊਗਾ, ਮਿਕਸਚਰ ਹੋਊਗਾ। ਡਜ਼ਨ ਮੈਟਰ ਵਾਟਰ ਕਿੰਨਾ ਹੈ, ਸ਼ੂਗਰ ਕਿੰਨੀ ਹੈ। ਠੀਕ ਹੈ। ਮਿਕਸਚਰ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ,
ਹੋਮੋਜੀਨੀਅਸ ਮਿਕਸਚਰ ਅਤੇ ਹੈਟਰੋਜੀਨੀਅਸ ਮਿਕਸਚਰ। ਹੋਮੋਜੀਨੀਅਸ ਮਿਕਸਚਰ, ਹੋਮੋ मतलब सेम, होमो मतलब सेम, हेट्रो मतलब डिफरेंट। किसी भी मिक्सचर दे विच जेकर कंपोजिशन थ्रू आउट द मिक्सचर सेम आ रही है तो उस मिक्सचर नूं आपां होमोजीनियस मिक्सचर बोलांगे। एग्जाम्पल के तौर पर आपां पानी दे विच खंड घोल ले, खंड घोलन तो बाद जेकर उपर वाले पोर्शन अते नीचे वाले पोर्शन दे विच कंपोजिशन सेम है, मतलब मैं देसी तरीके दे विच तुहानूं दसां जे उपर ते नीचे मिठा सेम है तो उस मिक्सचर नूं आपां की बोलांगे होमोजीनियस मिक्सचर। इस तरह की मैं एक होर एग्जाम्पल दिना, आपां हुण पानी दे विच सैंड डिजोल्व करती, रेता डिजोल्व करता, जेकर आपां देखिए सैंड उपर वाले पोर्शन दे विच ते नीचे वाले पोर्शन दे विच जे डिफरेंट है, मोस्टली जे आपां उहनूं कुछ टाइम वास्ते रख दिता जाए, सारी सैंड नीचे बैठ जाती है, उपर सैंड घट रह जाती, नीचे ज़्यादा हो जाती है, तो कंपोजिशन चेंज होगी। उपर सैंड घट है, नीचे सैंड ज़्यादा है, तो कंपोजिशन चेंज होगी। तो इस तरह के मिक्सचर नूं आपां हैट्रोजीनियस मिक्सचर आखदे हैं। अज दे वास्ते इन्ना ही सफिशेंट है।